ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਇਵਨਿੰਗ एवरीवन, ਗੁੱਡ ਇਵਨਿੰਗ ਟੂ ਆਲ ਆਫ ਯੂ। ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ, ਹੈਲਦੀ ਹੋਣਗੇ। ਤੇ ਅੱਜ ਆਪਾਂ ਕੰਟੀਨਿਊ ਕਰਨ ਚੱਲੇ ਹਾਂ ਆਪਣੀ ਅੱਜ ਦੀ ਕਲਾਸ, ਜਿਸ ਦੇ ਵਿੱਚ ਆਪਾਂ ਨਿਊਮੈਰੀਕਲ ਐਨਾਲਿਸਿਸ ਨੂੰ ਖਤਮ ਕਰ ਦੇਵਾਂਗੇ, ਚੈਪਟਰ ਨੰਬਰ 21 ਨੂੰ। ਕਿਉਂਕਿ ਬਹੁਤ ਛੋਟੀ ਜਿਹੀ ਟੌਪਿਕ ਰਹਿ ਗਏ ਇਹਦੇ ਤੇ ਛੋਟੀ ਜਿਹੀ ਆਪਣੀ ਕਲਾਸ ਹੋਣ ਵਾਲੀ ਹੈ। ਜਲਦੀ ਹੀ ਆਪਣਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਖਤਮ ਕਰਕੇ ਆਪਾਂ ਵੈਕਟਰ ਸਪੇਸ ਵੱਲ ਵਧਾਂਗੇ। ਠੀਕ ਹੈ ਜੀ। ਸੋ ਉਮੀਦ ਕਰਦੀ ਹਾਂ ਆਡੀਓ ਵੀਡੀਓ ਸਾਰਾ ਕੁਝ ਪ੍ਰੋਪਰਲੀ ਕਲੀਅਰ ਹੋਏਗਾ। ਜਿਹੜੇ ਸਾਥੀ ਹਲੇ ਤੱਕ ਜੁੜੇ ਨਹੀਂ, ਪਲੀਜ਼ ਕੀਪ ਸ਼ੇਅਰਿੰਗ। ਬਿਲਕੁਲ ਬਿਲकुल। ਚਲੋ ਜੀ, ਉਮੀਦ ਕਰਦੀ ਹਾਂ ਇੱਥੇ ਤੱਕ ਦੇ ਕਿਸੇ ਵੀ ਤਰੀਕੇ ਦੇ ਕਿਸੇ ਵੀ ਟੌਪਿਕ ਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੋਊਗਾ। ਸੋ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ these all topics are done। ਅੱਜ ਆਪਾਂ ਨਿਊਮੈਰੀਕਲ ਸੋਲੂਸ਼ਨਸ ਕੱਢਣੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ। ਠੀਕ ਹੈ, ਸੋ ਬਹੁਤ ਸੌਖਾ ਹੈ, ਫਟਾਫਟ ਕਰਦੇ ਹਾਂ। ਛੋਟੀ ਜੀ ਕਲਾਸ ਰਹੂਗੀ, ਜਲਦੀ ਜਲਦੀ ਇਸ ਨੂੰ ਕੰਪਲੀਟ ਕਰਦੇ ਹਾਂ ਤੇ ਚੈਪਟਰ ਨੂੰ ਖਤਮ ਕਰਦੇ ਹਾਂ। ਠੀਕ ਹੈ। ਸੋ ਅੱਜ ਆਪਾਂ ਨੇ ਕੀ ਡਿਸਕਸ ਕਰਨਾ ਹੈ ਅੱਜ ਆਪਾਂ ਨੇ ਡਿਸਕਸ ਕਰਨਾ ਹੈ न्यूमेरिकल ਸੋਲੂਸ਼ਨ ਆਫ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ। ਹੁਣ ਮੈਂ ਇੱਥੇ ਤੁਹਾਨੂੰ ਮੈਂਸ਼ਨ ਕਰਦਾ ਕਿ ਇਹ ਜਿਹੜੀ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ ਹੈ, ਸੋਲੂਸ਼ਨ ਤਾਂ ਆਪਾਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਵੀ ਕੱਢਣੇ ਸਿੱਖੇ ਆ ਕਿ ਪੋਲੀਨੋਮੀਅਲ ਦੇ ਸੋਲੂਸ਼ਨ ਕਿਵੇਂ ਕੱਢਣੇ ਆ। ਬਟ ਇੱਥੇ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਦੀ ਗੱਲ ਕਰ ਰਹੇ ਹਾਂ ਤੇ ਡਿਫਰੈਂਸ਼ੀਅਲ ਇਕੁਏਸ਼ਨ ਕਿਹੜੀ ਇਕੁਏਸ਼ਨ ਹੁੰਦੀ ਹੈ? ਉਹ ਇਕੁਏਸ਼ਨ ਜਿਸ ਦੇ ਵਿੱਚ ਡੈਰੀਵੇਟਿਵ ਹੁੰਦਾ। ਫੋਰ ਐਗਜ਼ਾਮਪਲ, ਆਈ ਐਮ ਸੇਇੰਗ x + y = ਕੋਈ ਵੀ ਡੈਰੀਵੇਟਿਵ, ਤੇ ਇਹ ਮੇਰੇ ਕੋਲ ਕੀ ਹੈ ਜੀ? ਡਿਫਰੈਂਸ਼ੀਅਲ ਇਕੁਏਸ਼ਨ ਹੈ। ਔਰ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਆਪਾਂ ਨੇ ਕੀ ਕੱਢਣੇ ਆ? ਸੋਲੂਸ਼ਨ ਕੱਢਣੇ ਆ। ਮਤਲਬ ਜਦੋਂ ਕੋਈ ਵੀ ਡੈਰੀਵੇਟਿਵ ਮੇਰੇ ਕੋਲ ਕਿਸੇ ਤਰ੍ਹਾਂ ਦੇ ਵੀ ਫੰਕਸ਼ਨ ਦੇ ਵਿੱਚ ਆ ਜਾਂਦਾ ਹੈ ਤੇ ਫੰਕਸ਼ਨ ਮੇਰਾ x ਔਰ y ਤੋਂ ਮਿਲ ਕੇ ਬਣਿਆ ਹੈ, ਉੱਥੇ ਆਪਾਂ ਨੇ ਸੋਲੂਸ਼ਨਸ ਕਿਹੜੇ ਮੈਥਡਸ ਦੇ ਨਾਲ ਸੋਲਵ ਕਰਨਾ ਹੈ ਉਹ ਅੱਜ ਆਪਾਂ ਸਿੱਖਾਂਗੇ। ਠੀਕ ਹੈ ਜੀ। ਸੋ ਅੱਜ ਆਪਾਂ ਪਿਕਾਰਡਸ ਮੈਥਡ ਕਰ ਲੈਣਾ ਹੈ, ਇਲਰ ਕਰ ਲੈਣਾ ਹੈ। ਠੀਕ ਹੈ, ਟੇਲਰਸ ਵੀ ਕਰ ਲਾਂਗੇ, ਜਿਹਦੀ ਜ਼ਿਆਦਾ ਲੋੜ ਨਹੀਂ, ਬਟ ਉਹਨੂੰ ਆਪਾਂ ਛੱਡਾਂਗੇ ਨਹੀਂ। ਟੇਲਰਸ ਦਾ ਫਾਰਮੂਲਾ ਜ਼ਰੂਰ ਦੇਖਾਂਗੇ ਤੇ ਮੋਡੀਫਾਈਡ ਇਲਰ ਸਾਰਾ ਕੁਝ ਇਹਦੇ ਵਿੱਚ ਕੰਪਲੀਟ ਹੋ ਜਾਏਗਾ। ਤੇ ਸਭ ਤੋਂ ਪਹਿਲੀ ਗੱਲ ਆਪਾਂ ਡਿਸਕਸ ਕਰਨ ਲੱਗੇ ਆ ਫਰਸਟ ਮੈਥਡ ਨੂੰ, ਵਿਚ ਇਜ਼ ਨੋਨ ਐਜ਼ ਪਿਕਾਰਡਸ ਮੈਥਡ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ, ਪਿਕਾਰਡਸ ਮੈਥਡ ਇਜ਼ ਅ ਮੈਥਡ ਜਿਹਨੇ ਅੱਛੇ ਖਾਸੇ ਜਿਹੜੇ ਤੁਹਾਡੇ ਕੁਐਸਚਨਸ ਨੇ ਉਹ ਕਵਰ ਕੀਤੇ ਨੇ। ਸੋ ਇਹਨੂੰ ਤੁਸੀਂ ਇੰਪੋਰਟੈਂਟ ਕਹੋਗੇ ਤਾਂ ਕੁਝ ਗਲਤ ਨਹੀਂ ਹੈ। ਠੀਕ ਹੈ ਸੀ। ਤਾਂ ਹੁਣ ਪਿਕਾਰਡਸ ਮੈਥਡ ਹੈ ਜਿਹੜਾ ਉਹ ਕੀ ਕੰਸੀਡਰ ਕਰਦਾ ਹੈ? ਉਹ ਕੰਸੀਡਰ ਕਰਦਾ ਹੈ ਕਿ ਮੈਂ ਡੈਰੀਵੇਟਿਵ ਕਰ ਰਹੀ ਹਾਂ ਕਿਸੇ ਨਾ ਕਿਸੇ ਫੰਕਸ਼ਨ ਦਾ ਜੋ x ਔਰ y ਦੋਨੋਂ ਫਾਰਮੈਟ ਦੇ ਵਿੱਚ ਗਿਵਨ ਹੈ। ਇੱਥੇ ਜਿਹੜਾ ਮੈਥਡ ਯੂਜ਼ ਹੋਏਗਾ ਔਰ ਇਹਦੀ ਜਿਹੜੀ ਇਨੀਸ਼ੀਅਲ ਕੰਡੀਸ਼ਨ ਹੈ ਉਹ ਮੇਰੇ ਕੋਲ ਕੀ ਹੋਣੀ ਚਾਹੀਦੀ ਹੈ कि y जो है वो मेरे को की होएगा y नोट दे इक्वल होएगा एंड x जो है वो मेरे को की होएगा x नोट दे इक्वल होएगा। ये बिल्कुल इनिशियल कंडीशन है अपनी, बिल्कुल स्टार्टिंग वाली। हुण तुसीं कहोगे मैम समझ नहीं आया, कोई नहीं, आपां तुहानूं सारा कुछ समझा दिंदे आ। जे तुसीं ये भी कह सकदे हो कि जेकर मेरे को x नोट पुट किया जा रहा है तो मेरे को उसदी कोई ना कोई आउटपुट आएगी विच इज y नोट। ਹੁਣ ਸਮਝ ਆ ਗਿਆ ਮੈਂ ਕੀ ਗੱਲ ਕਰ ਰਹੀ ਸੀ। ਠੀਕ ਹੈ, ਔਰ ਇਸ ਦੇ ਵਿੱਚ ਜਿਹੜੀ ਇੰਟੀਗ੍ਰੇਸ਼ਨ ਹੈ ਉਹ ਕਿਹੜੀ ਲਿਮਿਟਸ ਦੇ ਵਿੱਚ ਹੋਏਗੀ? ਉਹ x ਨੋਟ ਤੋਂ ਲੈ ਕੇ x ਦੇ ਵਿੱਚ ਹੋਏਗੀ। ਲੋ ਜੀ, ਇੰਨੀ ਇੱਕ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ। ਠੀਕ ਹੈ, ਹੁਣ ਆਪਾਂ ਸਮਝ ਲੈਣੇ ਆ ਕਿ ਪਿਕਾਰਡਸ ਮੈਥਡ ਕੀ ਹੈ। ਠੀਕ ਹੈ, ਸੋ ਪਿਕਾਰਡਸ ਮੈਥਡ ਦੇ ਵਿੱਚ ਮੈਨੇ ਕੀ ਕੀਤੀ? ਬੋਥ ਸਾਈਡ ਤੇ ਇੰਟੀਗ੍ਰੇਸ਼ਨ ਕਰਤੀ। ਇਹਨੂੰ ਥੋੜਾ ਜਿਹਾ ਮੈਨੇ ਸੋਲਵ ਕਰਨਾ ਸੀ, ਸੋਲਵ ਕਰਕੇ मैंने एक फॉर्मूला बनाना सी, फॉर्मूला बनाया ताकि मैंने पिकार्ड्स मैथड ਦਾ ਪਤਾ ਲੱਗ ਜੇ। ਠੀਕ ਹੈ, ਸੋ मैंने दोनों जगह ਦੇ ਉੱਪਰ ਕੀ ਕਰਤੀ? ਇੰਟੀਗ੍ਰੇਸ਼ਨ ਕਰਤੀ। ਸੋ ਇਹਨੂੰ ਆਪਾਂ ਨੈਕਸਟ ਪੇਜ ਤੇ ਕਰੀਏ ਸ਼ੁਰੂ। ਇੱਥੇ ਮੇਰੇ ਕੋਲ ਕੀ ਦਿੱਤਾ ਹੋਇਆ? ਡੈਰੀਵੇਟਿਵ ਦਿੱਤਾ ਹੋਇਆ ਔਰ ਡੈਰੀਵੇਟਿਵ ਦੇ ਕਿਹਦਾ ਕਰਨਾ ਹੈ? ਮੈਨੇ ਫੰਕਸ਼ਨ ਦਾ ਕਰਨਾ ਹੈ ਔਰ ਇਹ ਜਿਹੜਾ ਫੰਕਸ਼ਨ ਹੈ ਉਹ x y ਦੋਨਾਂ ਦੇ ਵਿੱਚ ਹੈਗਾ। ਠੀਕ ਹੈ, ਇੰਟੀਗ੍ਰੇਸ਼ਨ ਕਰ ਦੋ ਜੀ। ਇੱਧਰ ਵੀ ਇੰਟੀਗ੍ਰੇਸ਼ਨ ਕਰਾਂਗੇ ਤਾਂ ਹੁਣ ਜਦੋਂ ਮੈਂ ਡੈਰੀਵੇਟਿਵ ਦੀ ਇੰਟੀਗ੍ਰੇਸ਼ਨ ਕਰਾਂਗੀ ਤਾਂ ਉਹਨੇ ਇਕੱਲਾ dy ਰਹਿ ਜਾਣਾ। ਠੀਕ ਹੈ, और y है तो y नोट तो y तक इंटीग्रेशन जाएगी। सिमिलरली जो मैं फंक्शन दे इंटीग्रेशन करांगी तो इंटीग्रेशन मेरे को फंक्शन दी x दे अकॉर्डिंग हो रही है। ठीक है, तो लिमिट्स भी किदियां होणगियां? x दियां होणगियां ते इत्थे मेरे को x और y दा फंक्शन है और इत्थे इंटीग्रेशन किदे अकॉर्डिंग होएगी? विद रिस्पेक्ट टू x। वेरी क्लियर, सिंपल, सॉर्टेड, कोई डाउट नहीं है। हुण ਇਹਦੇ ਵਿੱਚ ਜਦੋਂ ਮੈਂ ਇੰਟੀਗ੍ਰੇਸ਼ਨ ਕਰ ਦਿੰਨੀ ਆ ਤਾਂ ਮੇਰੇ ਕੋਲ ਕੀ ਆ ਜਾਂਦਾ? y ਆ ਜਾਂਦਾ, ਜਿਹਦੇ ਵਿੱਚ ਮੈਨੇ ਲਿਮਿਟਸ ਕੀ ਪੁੱਟ ਕਰਨੀ ਹੈ? y ਤੋਂ y ਨੋਟ ਪੁੱਟ ਕਰਨੀ ਹੈ। मतलब y माइनस y नोट that is equals to integration of x नोट। ठीक है, और फंक्शन मैंने दिता होया x। हुण इत्थे जिहड़ा y है वो ज्यादा इंपॉर्टेंट है अपने लिए। क्यों इंपॉर्टेंट है? तुसीं ये वाला y नोट है जिहड़ा इधर ले आके ऐड दा कर दो। ये वाला y नोट इधर जाके किदा हो गया जी? प्लस दा हो गया। सो यू कैन से y नोट प्लस। लो जी, तुहाडा फॉर्मूला बन के रेडी है। ठीक है, फॉर्मूला बन के रेडी है दा मतलब की है? मतलब यही है कि जेकर मैंने फर्स्ट अप्रोक्सीमेशन कढनी है, पहली अप्रोक्सीमेशन कढनी है तो उत्थे मैनू y1 मिलूगा, दैट इज इक्वल्स टू y नॉट
प्लस मैंने की करनी है इंटीग्रेशन करनी है किहड़े फंक्शन दी जिथे मेरे को x है और इत्थे जिहड़ा y है वो y नॉट कंसीडर होगा इस चीज का ध्यान रखना सारिਆਂ ने ठीक है जी हुण अगर मैम ਅਸੀਂ सेकंड कढनी होवे फिर जेकर तुसी सेकंड अप्रोक्सीमेशन कढनी है मतलब y2 कढना है ਤਾਂ ਉੱਥੇ ਤੁਹਾਨੂੰ ਕੀ ਚਾਹੀਦਾ y नॉट ਹੁਣ ਕਿਉਂਕਿ ਹੁਣ ਇਹ ਉਹ ਵਾਲਾ ਕੰਮ ਹੋ ਗਿਆ ਕਿ ਜੇਕਰ ਤੁਸੀਂ ਸੈਕਿੰਡ ਕੱਢਣੀ ਹੈ ਤਾਂ ਤੁਹਾਨੂੰ ਫਰਸਟ ਕੱਢਣੀ ਹੀ ਪਏਗੀ ਕਿਉਂਕਿ ਇੱਥੇ ਜਿਹੜੀ ਇੱਕ ਵੈਲਿਊ ਹੈ ਉਹ ਚਾਹੀਦੀ ਹੈ अगर मैंने सेकंड अप्रोक्सीमेशन कढनी है तो उरे मैंने y1 की लोड़ है तो उहदे लई मैंने फर्स्ट अप्रोक्सीमेशन कढनी ही पएगी सो अप टू सो ऑन जे मैं nth अप्रोक्सीमेशन कढ रही हां तो उत्थे मेरे कोल की हो रहा उत्थे मेरे कोल हो रहा y नॉट और x नॉट तो लेके x तक इंटीग्रेशन हो रही है और इत्थे जेड़ा मेरे कोल फॉर्मूला है वो इत्थे की आएगा yn-1 आएगा सो दिस इज द योर फॉर्मूला फॉर द पिकार्ड्स मेथड ठीक है समझ आई इन्नी की गल हुण एग्जांपल कर लैने आ सारे डाउट्स क्लीयर हो जाएंगे कि पिकार्ड्स मेथड नु सॉल्व किवें करना है कदे पेपर दे विच क्वेश्चन नहीं आंदा अगर आंदा है थ्योरेटिकली आंदा है और अगर बाय चांस क्वेश्चन आ भी गया तो ਤੁਹਾਨੂੰ ਕਹਿਣਗੇ ਕਿ ਇੱਕ ਡਿਗਰੀ ਕੱਢੋ ਇੱਕ ਅਪਰੋਕਸੀਮੇਸ਼ਨ ਕੱਢੋ ਜਾਂ ਦੋ ਅਪਰੋਕਸੀਮੇਸ਼ਨਸ ਕੱਢੋ ਇਸ ਤੋਂ ਵੱਧ ਨਹੀਂ ਆਂਦਾ ਠੀਕ ਹੈ ਹੁਣ ਮੰਨ ਲਓ ਮੈਨੂੰ ਕੀ ਦਿੱਤਾ ਹੋਇਆ ਜੀ ਡੈਰੀਵੇਟਿਵ ਦਿੱਤਾ ਹੋਇਆ ਡੈਰੀਵੇਟਿਵ ਕਰਨਾ ਕਿਹਦਾ 1 xy ਦਾ ਸੈਕਿੰਡ ਅਪਰੋਕਸੀਮੇਸ਼ਨ ਤੱਕ ਇਸ ਨੂੰ ਸੋਲਵ ਕਰੋ जिथे तुहाडे कोल y नोट की वैल्यू की है y0 की वैल्यू की है 0 है सो इत्थे मैनूं बड़ा क्लीयर हो गया कि मैंने जिहड़ा फॉर्मूला लगाना है उस दे विच जिहड़ा फंक्शन है वो फंक्शन मैनूं की दिता होया 1 xy दिता होया राइट सो इत्थे मैंने अगर y1 फाइंड आउट करना है सो मेरे कोल की होएगा y नोट होएगा जिस दे विच मैं इंटीग्रेशन करांगी x नोट तो x और अंदर मेरे कोल फंक्शन होएगा x ते y नोट जिस दे विच मैंने पुट करनियां ने वैल्यूज विद रिस्पेक्ट टू x ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ y1 ਦੀ ਤਾਂ ਮੈਂ ਵੈਲਿਊ ਫਾਈਂਡ ਆਊਟ ਕਰਨੀ ਹੀ ਕਰਨੀ ਹੈ y ਨੋਟ ਦੀ ਵੈਲਿਊ ਮੈਨੂੰ ਕਿੰਨੀ ਦਿੱਤੀ ਹੋਈ ਹੈ 0 ਠੀਕ ਹੈ ਪਲੱਸ x ਨੋਟ ਦੀ ਵੈਲਿਊ ਮੈਨੂੰ ਕਿੰਨੀ ਦਿੱਤੀ ਹੋਈ ਹੈ 0 ਅਪ ਟੂ ਸੋਨ x ਹੁਣ ਫੰਕਸ਼ਨ ਦੇ ਵਿੱਚ ਮੈਨੇ ਦੋ ਵੈਲਿਊਜ਼ ਪੁੱਟ ਕਰਨੀਆਂ ਨੇ x ਦੀ ਜਗ੍ਹਾ ਤੇ x ਰਹੇਗਾ y ਦੀ ਜਗ੍ਹਾ ਤੇ y ਨੋਟ ਰਹੇਗਾ ਇਸ ਚੀਜ਼ ਦਾ ਧਿਆਨ ਰੱਖਣਾ ਹੈ ਠੀਕ ਹੈ ਫੰਕਸ਼ਨ ਦੇ ਵਿੱਚ x ਦੀ ਜਗ੍ਹਾ ਤੇ x ਰਹੇਗਾ y की जगह ते y नोट रहेगा एंड y नोट की वैल्यू कितनी है 0 तां करके ये वाली जिहड़ी टर्म है उन्हें भी की हो जाना है 0 हो जाना है तो थोड़े कोल बचा की ओनली 1 ठीक है सो इत्थे मेरे कोल की आ जांदा सॉल्व करके y1 की वैल्यू इंटीग्रेशन करांगे x आ जाएगा x दे विच लिमिट्स नु पुट करांगे तां भी मेरे कोल कितना आ जाएगा x आ जाएगा सो दिस इज माय फर्स्ट अप्रोक्सीमेशन व्हिच इज x हुण जेकर मैं सेकंड अप्रोक्सीमेशन कढनी है सेकंड अप्रोक्सीमेशन दे विच केड़ा फॉर्मूला होएगा y2 दैट इज इक्वल्स टू y नॉट प्लस इंटीग्रेशन करनी है x नॉट तो x तक जिहदे विच फंक्शन दे विच मैंने x दे नाल y1 पुट करना है हुण इत्थे मैंने ध्यान रखना है कि जब मैं y2 फाइंड कर रही हां तां मैं y1 पुट करांगी ठीक है जी सो इत्थे मेरे कोल की है y नॉट जिहदी वैल्यू मेरे कोल कितनी सी 0 x नॉट दी वैल्यू कितनी सी 0 अप टू सो ऑन x हुण फंक्शन दे विच मैंने x की जगह पे x रखना है और y की जगह पे y1 पुट करना है और यदि इंटीग्रेशन किदे अकॉर्डिंग होनी है x के अकॉर्डिंग लो जी कर दो सॉल्व सो मेरे को कितना बन गया 1 x स्क्वायर बन गया क्योंकि y1 की वैल्यू हुनी आप कट के हटे हां कितनी कड्डी है x ही तो कड्डी है और यदि इंटीग्रेशन करांगे तो कितना आएगा x x क्यूब बाय 3 लो x पुट करांगे 0 पुट करांगे तो ये जिहड़ा हैगा तुहाडा आंसर है इजी है ना हुण दसो पिकार्ड्स मेथड कुछ डिफिकल्ट है यस नो दे विच सारे आंसर करो जी क्लियर है सारा कुछ तो ये तुहाडा पिकार्ड्स मेथड सी ठीक है हुण आफ्टर पिकार्ड्स मेथड आपां सेकंड मेथड डिस्कस करना है और ये जिहड़ा सेकंड मेथड है इसका नाम की है इसका नाम है इलर्स मेथड ये भी बहुत सुख है इलर्स मेथड हुण इलर्स मेथड जो है वो किवें है ठीक है इलर्स मेथड की जेकर आपां गल करिए हुण बिल्कुल पहली गल तां ये भी डिफरेंशियल इक्वेशन वास्ते ही है ठीक है सब तो पहली गल अगर तुहानू मेंशन कर देने कि इलर्स मेथड जिहड़ा है तुसीं यूज करना है तो बिल्कुल डिफरेंशियल इक्वेशन वास्ते ही है और जो तुसीं फंक्शन दे विच x नॉट पुट करोगे तो ओदे नाल रिलेटेड कोई ना कोई y नॉट तुहानू मिलूगी ही मिलूगी ठीक है पहली गल दूसरी गल हुण इहदे विच तुहाडी पहली अप्रोक्सीमेशन की होएगी फर्स्ट अप्रोक्सीमेशन तुहाडे कोल किहड़ी निकल के आएगी यू वांट टू फाइंड ठीक है तो y1 मेरे को किस दे कोल आएगा दैट इज y नॉट प्लस h और फंक्शन दे विच मेरे को x नॉट ते y नॉट पुट हो रहा है ठीक है हौली हौली मैं थानू डिफरेंस दस दी जाऊंगी हुण तुसीं कहोगे मैम व्हाट इज द वैल्यू ऑफ h तो क्वेश्चन दे विच जिवें तुहानू x नॉट ते y नॉट गिवन होणगे सिमिलर वे दे विच तुहानू h भी क्वेश्चन दे विच ही गिवन होएगा सो दे वास्ते कंफ्यूज होने दी दूर दूर तक जरूरत है ही नहीं
ठीक है जी, ये हैगी सी ਤੁਹਾਡੀ ਫਰਸਟ ਅਪਰੋਕਸੀਮੇਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਦੀ। ਤੇ ਸੈਕਿੰਡ ਅਪਰੋਕਸੀਮੇਸ਼ਨ ਆਪਣੇ ਕੋਲ ਕੀ ਹੋਏਗੀ, ਮਤਲਬ ਆਪਾਂ y2 ਫਾਈਂਡ ਕਰਨਾ ਹੈ ਔਰ ਜਿਸ ਦੇ ਵਿੱਚ ਮੇਰੇ ਕੋਲ ਕੀ ਰਹੇਗਾ, ਜਦੋਂ ਮੇਰੇ ਕੋਲ 1 ਸੀ ਉਦੋਂ ਨੋਟ ਹੈ ਤਾਂ ਹੁਣ ਇੱਥੇ ਮੇਰੇ ਕੋਲ ਕੀ ਆਏਗਾ, y1 ਆਏਗਾ। ਮਤਲਬ ਦਿਸ ਇਜ਼ ਆਲਸੋ ਸਿਮਿਲਰ ਵੇ ਦੇ ਵਿੱਚ ਨਿਕਲੇਗਾ ਕਿ ਜੇਕਰ ਤੁਸੀਂ ਡਾਇਰੈਕਟ ਤੁਹਾਨੂੰ ਕਹਿ ਦਿੰਦੇ ਨੇ ਕਿ ਮੈਨੂੰ ਤਾਂ ਥਰਡ ਅਪਰੋਕਸੀਮੇਸ਼ਨ ਫਾਈਂਡ ਆਊਟ ਕਰਕੇ ਦੋ, ਦੈਨ ਇਨ ਦੈਟ ਕੇਸ ਤੁਹਾਨੂੰ ਸੈਕਿੰਡ ਵੀ ਫਾਈਂਡ ਆਊਟ ਕਰਨੀ ਪਏਗੀ, ਫਰਸਟ ਵੀ ਫਾਈਂਡ ਆਊਟ ਕਰਨੀ ਪਏਗੀ। ठीक है, तो मतलब सारी अप्रोक्सीमेशन तो फाइंड करनिया पैणगियां क्योंकि ਉਹਦੇ ਵਿੱਚ ਜ਼ਰੂਰਤ है। ਹੁਣ ਇਹਦੇ ਵਿੱਚ ਮੇਰੇ ਕੋਲ ਕੀ ਹੈ, x1 एंड y1। ठीक है जी, क्लियर है। एंड अप टू सो ऑन जे मैं कह रही हूं कि मैंने तो nth अप्रोक्सीमेशन जो कोई भी नंबर दे देंगे nth अप्रोक्सीमेशन फाइंड आउट करके दो, इन दैट वे yn मेरे को किस दे कोल होएगा n-1, जिस दे विच मैं की कर रही हां प्लस h और फंक्शन दे विच की हो रहा है जी, फंक्शन दे विच हो रहा है x n-1 पुट हो रहा है एंड y n-1 भी पुट हो रहा है। सो ये ਜਿਹੜੀਆਂ ਵੈਲਿਊਜ਼ ਨੇ ਇਹ ਤੁਹਾਨੂੰ ਗਿਵਨ ਹੋਣਗੀਆਂ, ਇਹਦੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਹੈ ਨਹੀਂ। ਠੀਕ ਹੈ, ਹੁਣ ਕਿਵੇਂ ਕਰਾਂਗੇ, ਇੱਕ ਐਗਜ਼ਾਮਪਲ ਲੈ ਲੈਣੇ ਆ, ਐਗਜ਼ਾਮਪਲ ਦੇ ਨਾਲ ਤੁਹਾਨੂੰ ਇਲਰਸ ਮੈਥਡ ਜਿਹੜਾ ਹੈਗਾ ਉਹ ਵੀ ਪ੍ਰੋਪਰਲੀ ਕਲੀਅਰ ਕਰ ਦਿੰਦੇ ਆ। ਮੰਨ ਲਓ ਜੀ ਮੈਨੂੰ ਇੱਕ ਫੰਕਸ਼ਨ ਦਿੱਤਾ ਹੋਇਆ ਹੈ, ਇਸ ਫੰਕਸ਼ਨ ਦੇ ਵਿੱਚ ਕੀ ਕਿਹਾ ਹੋਇਆ ਹੈ ਕਿ dy/dx ਕਿਸ ਦੇ ਇਕੁਅਲ ਹੈ, ਦੇ ਸੈਟ x + y ਦੇ ਇਕੁਅਲ ਹੈ। ਅਗਰ ਮੈਂ y 0 ਕਰ ਰਹੀ ਹਾਂ ਤਾਂ ਆंसर ਕਿੰਨਾ ਆ ਰਿਹਾ ਹੈ, 0। और नाल मैनू क्या कि h की वैल्यू कितनी है, 0.2 है। लो ठीक है, सब कुछ रेडी है। हुण इस दे विच आपां कर लैने इसनू सॉल्व। ठीक है, हुण मैं तुहानू क्या सी कि फंक्शन दे विच जदों मैंने पहली अप्रोक्सीमेशन कढनी है ना, सो पहला आपां फर्स्ट अप्रोक्सीमेशन तो स्टार्ट करदे हां, ये चीज आपां डायरेक्ट नहीं करदे। हाँ जी, फर्स्ट अप्रोक्सीमेशन कढनी है मतलब y1 कढना है, दैट इज इक्वल्स टू y0 प्लस h। फंक्शन दे विच मैंने की करना है, x0 पुट करना है एंड y0 पुट करना है। ठीक है, सो y1 तो मैंने फाइंड आउट करना है, y0 दी वैल्यू कितनी है जी, दिस इज द वैल्यू ऑफ y0 व्हिच इज 0। h दी वैल्यू मैंने कितनी गिवन है, 0.2 एंड फंक्शन दे विच फंक्शन मैंने केड़ा गिवन है, ए वाला गिवन है। फंक्शन दे विच मैंने की करना है, x0 ते y0 पुट करना है। x0 मेरे को कितना है, 0, y0 मेरे को कितना है, 0। तो 0 प्लस 0 मेरे को कितना आंसर आ गया, टोटली 0। मतलब मेरे को y1 दी वैल्यू कितनी आ गई, पहली अप्रोक्सीमेशन ही कितनी आ गई, 0। हुण जेकर मैंने सेकंड अप्रोक्सीमेशन फाइंड आउट करनी है तो मेरे को की होएगा y1 प्लस फंक्शन दे विच मैंने x1 ते y1 पुट करना है। सो देयर यू हैव टू फाइंड कि अगर मैंने सेकंड अप्रोक्सीमेशन करनी है तो मैंने पहले दी लोड़ है, समझ रहे हो। उस तो बाद हाँ जी y1 दी वैल्यू मेरे को कितनी आई है, 0 आई है, दिस इज द वैल्यू ऑफ y1 प्लस हुण तुसीं बहुत साथ सोचणगे कि मैम इत्थे h तो लगा देंदे, h दी वैल्यू मेरे को कितनी है, 0.2। हुण इत्थे बहुत साथ सोचणगे मैम इत्थे x1 दी वैल्यू की पुट करिए, इत्थे x1 दी वैल्यू की पुट करिए। हुण तुसीं आप सोच के देखो कि अगर आपां ने x1 दी वैल्यू पुट करनी है तो फाइंड करना पैना। सो x1 दी वैल्यू किस दे इक्वल हुंदी है, जिन्ना उस दे विच चेंज आया है, दिस इज द वैल्यू ऑफ x1। देखो ये मेरी पहली वैल्यू सी, ये मेरी दूसरी वैल्यू है, ये मेरी तीसरी वैल्यू है एंड अप टू सो ऑन। ਇਹਦੇ ਵਿਚਲੇ डिफरेंस ਨੂੰ ਆਪਾਂ ਕੀ ਬੋਲਦੇ ਆ, h ਬੋਲਦੇ ਆ। ਹੁਣ ਜੇਕਰ ਮੈਨੂੰ x1 ਦੀ ਵੈल्यू नहीं पता ਤਾਂ मैं ਕੀ ਕਰਾਂਗੀ, जो मेरी गिवन वैल्यू है, जो मेरी h है, दोनों ਦਾ ऐड कर ਦਾਂਗੀ तो मेरे को ਕੀ ਆ ਜਾਏਗਾ, x1 आ जाएगा, है ना। समझ रहे हो, डिफरेंस मैंने गिवन है, फर्स्ट वैल्यू मैंने गिवन है तो सेकंड वैल्यू लाइक ap मैं फाइंड कर सकती हां। तो x1 ਦੀ वैल्यू मेरे को कितनी आ जाती है, ਤੁਸੀਂ ਕਹੋਗੇ मैम 0 प्लस 0.2 which is equals to 0.2। तो ਹੁਣ ਇੱਥੇ मैं ਉਹੀ ਕੰਮ ਕਰਾਂਗੀ, वैल्यू ਨੂੰ ਪੁੱਟ ਕਰ ਦਾਂਗੀ। ठीक है जी, वैल्यू आप पुट करते हैं तो मेरे को कितना आंदा है, 0 प्लस 0.2। सॉल्व कितना, सॉल्व करके मेरे को आंसर कितना आ गया, 0.2। ठीक है, सॉरी 0. अच्छा सॉरी ठीक है, 0.2 नु 0.2 ਦੇ ਨਾਲ ਮਲਟੀਪਲਾਈ ਹੋਏਗਾ which is equals to 0.04। so this is my second approximation। so this is the way how you can solve Euler's method। Euler's method ਦੇ ਵਿੱਚ ਕਿਸੇ ਵੀ ਸਾਥੀ ਨੂੰ ਕੋਈ ਵੀ ਡਾਊਟ ਹੈਗਾ, पहला इस क्वेश्चन का आंसर करो जी। अगर कोई डाउट हैगा तो हुणी पूछो, अगर क्लियर है सारा कुछ देन वेल डन। ठीक है, गुड गुड, थम्स अप इस दो सारे। चलो थर्ड वन, हुण जेड़ा थर्ड मेथड आपां डिस्कस करन लगे हां, दैट इज नोन एज मॉडिफाइड Euler मेथड। मॉडिफाइड Euler's मेथड ਹੁਣ ਹੈਗਾ ਤਾਂ ਇਲਰਸ ਮੈਥਡ ਹੀ ਹੈ ਬਟ ਥੋੜਾ ਜਿਹਾ ਮੋਡੀਫਾਈ ਹੋ ਕੇ ਆ ਗਿਆ ਔਰ ਦਿਸ ਇਜ਼ ਦ ਮੈਥਡ ਜਿਸ ਦੇ ਵਿੱਚ ਤੁਹਾਨੂੰ ਪ੍ਰੀਵੀਅਸ ਮੈਥਡ ਵੀ ਯੂਜ਼ ਕਰਨਾ ਪੈ ਸਕਦਾ ਹੈ। ਠੀਕ ਹੈ, ਸੋ ਇਹਨੂੰ ਆਪਾਂ ਸਮਝ ਲੈਣੇ ਆ। ਮੈਂ ਤੁਹਾਨੂੰ ਇਹ ਜਿਹੜਾ ਕੁਐਸਚਨ ਹੈ ਵਿਦ ਦ ਹੈਲਪ ਆਫ ਐਗਜ਼ਾਮਪਲ ਸਮਝਾਉਂਗੀ। ਪਹਿਲੇ ਆਪਾਂ ਇੱਕ ਐਗਜ਼ਾਮਪਲ ਕਰਦੇ ਆ, ਫਿਰ ਉੱਥੇ ਥੋੜਾ ਜਿਹਾ ਈਜ਼ੀ ਹੋ ਜਾਊਗਾ ਸਮਝਣਾ। ਠੀਕ ਹੈ, ਹੁਣ ਮੈਨੂੰ ਕੀ ਦਿੱਤਾ, ਸੇਮ ਫੰਕਸ਼ਨ ਦਿੱਤਾ,
सेम फंक्शन दिता, ठीक है जी। सेम फंक्शन दे विच की है x प्लस y, और जब मैं y 0 पुट कर रही हूं, लेट इत्थे मेरे को आउटपुट 1 आ रही है, और जो h है वो मैंने कितना दिता होया 1 दिता होया। सो पहली गल तो मैंने सारियां वैल्यूज दित्तियां होईयां ने, ठीक है। जो मेरे को इलर्स दा मॉडिफाई फॉर्मूला है वो मेरे को केड़ा फॉर्मूला हुंदा है, दैट इज yn which is equals to yn minus 1 plus h by 2, और जिस दे विच मैं फंक्शन दे विच केड़ी-केड़ियां वैल्यूज पुट करांगी, दैट इज xn minus 1 yn minus 1 प्लस फंक्शन दे विच xn भी पुट होएगा एंड yn भी पुट होएगा, ठीक है। सो दिस इज द फॉर्मूला फॉर द मॉडिफाई। हुण इत्थे तुसीं सोचोगे मैम ये थोड़ा जा लंबा नहीं, थोड़ा डिफिकल्ट नहीं, तुसीं एक कह सकदे हो, बट जेकर तुसीं इसनूं कर लैंदे हो तो तुहाडा एक नंबर पक्का हो जांदा है, क्योंकि इहदे विच पहली तो वध के तां कदे जांदे ही नहीं, ठीक है। हुण इस दे विच बहुते साथी सोचणगे कि मैम ये yn दे उपर तुसीं बार क्यों लगाई है, क्योंकि इत्थे तुहानूं तुहाडा इलर्स मैथड यूज करना पएगा। सो yn अगर तुसीं फाइंड आउट करनी है तो इलर मैथड आपां की कहंदा सी n minus 1 h फंक्शन दे विच मेरे कोल की होएगा n minus 1 एंड y n minus 1, दिस वैल्यू इज इक्वल्स टू दिस। मतलब यह एक तरीके नाल तुहाडा इलर फॉर्मूला है। मतलब इस पूरे मॉडिफाई इलर दे विच एक छोटी जी जगह इलर ने अपनी बना ली। हुण जेकर मैं इस yn दी जगह आ लिख दी तो शायद कहंदे इन्ना लंबा, इन्ना लेंथी, बट अगर तुहानूं ये कहता कि yn दी वैल्यू इलर मैथड नाल निकलनी है तो थोड़ा जिहा सिंपल बन जाता है, राइट। हुण इहदी एग्जांपल जिहड़ी मैं तुहाडे सामने लिखी हुई है उहनूं सॉल्व कर लैंदे आ। इहदे विच सिर्फ पहली अप्रोक्सीमेशन कढनी है ते सिर्फ फर्स्ट अप्रोक्सीमेशन ही आपां कढदे आ। हुण देखो इहदे विच फॉर्मूला दिता होया मैनूं, दैट इज y1 फाइंड करना है, तो इत्थे मेरे कोल y नोट आ गया क्योंकि n minus 1 है, प्लस h by 2 मतलब 1 by 2, ठीक है जी। फंक्शन दे विच हुण इत्थे की हो रहा है, x नोट ते y नोट बन जाएगा क्योंकि n minus 1 है, ठीक है। सो इत्थे मेरे कोल कितना बन गया x नोट एंड y नोट, प्लस हुण इत्थे फंक्शन दे विच की है xn दा मतलब की होएगा x1 और yn, बट ये जिहड़ा yn है मैंने पहला सॉल्व करके फाइंड आउट करना पऊगा इहदे विच, ठीक है। सो इनू मैं थोड़ा टेढ़ा चला गया, इनू इरेज कर दा। हाँ जी, तो इहदे विच पुट करके पहला फाइंड करना पऊगा yn minus 1 मतलब y नोट प्लस h कितना है 1 एंड फंक्शन दे विच मैंने की करना है x नोट ते y नोट पुट करना है। सो पहला मैं y1 बार कढ ला, लो जी y नोट दी वैल्यू कितनी है, तुसीं कहोगे मैम y नोट दी वैल्यू 1 है, बिल्कुल 1 प्लस 1 फंक्शन च जे मैं x नोट ते y नोट दोनों पुट करदा, x नोट दी वैल्यू 0 है, y नोट दी वैल्यू 1 है, तो मतलब मेरा आंसर कितना आ जाता है 1 आ जाता है। तो सॉल्व करके मेरा आंसर कितना आ गया 2 आ गया। तो मतलब जिहड़ी ये बार वाली वैल्यू है इत्थे मेरे को कितना आएगा, सिंपल एंड सॉर्टेड 2 आएगा, ठीक है। हुण देखो जी y नोट दी वैल्यू कितनी है मैम 1 है, प्लस 1 by 2 फंक्शन च x नोट y नोट पुट करांगे तो कितना आएगा, हुण ही सॉल्व कीता सी मैम 1 आएगा। हुण फंक्शन दे विच x1 ते 2 पुट करांगे। हुण क्वेश्चन इत्थे रेस हुंदा है मैम x1 किवें कढना है, हुणी आपां प्रीवियस करके हटे आ, x1 दी वैल्यू किवें आएगी, x नोट दे विच h नू ऐड करके, x नोट कितना सी 0, h कितना सी 1, तो x1 दी वैल्यू भी कितनी आ गई है 1। हाँ जी, तो फंक्शन दे विच 1 प्लस 2 करांगे तो 3 आ जाएगा। सॉल्व कर लो, सॉल्व करके तुहाडा जिहड़ा आंसर है वो रेडी है, दैट इज योर आंसर इज 3। उम्मीद करदी हां ये जिहड़ा मॉडिफाई इलर है तुहानू समझ आ गया होना। मॉडिफाई इलर दे विच छोटी जी जिहड़ी इलर फॉर्मूले ने जगह रखी हुई है वो अपने आप दे विच बहुत इंपॉर्टेंट है, क्योंकि इत्थे जे तुसीं गलती करती तो गलती ही गलती है, ठीक है। चलो जी अगे डिस्कस करते हैं द फोर्थ मैथड जिहदे रिगार्डिंग क्वेश्चंस आए भी हुए ने, दैट इज RK मैथड। RK मैथड, हुण RK मैथड दे विच ना 2 तो 3 ते 3 तो 4 ਜਿਹੜੀਆਂ ਸਟੇजेस ਨੇ ਉਹ ਆਉਂਦੀਆਂ ਨੇ। ਤਾਂ ਇਹ ਮੈਂ ਤੁਹਾਨੂੰ ਕਲੀਅਰ ਕਰਦਾ, ਜਿਹੜਾ ਫਰਸਟ ਆਰਡਰ ਹੈ ਹਨਾ, ਤੁਸੀਂ ਅਗਰ ਕਹਿਣਾ ਚਾਹੁੰਦੇ ਹੋ ਕਿ ਹਾਂਜੀ ਫਰਸਟ ਆਰਡਰ ਕਰਨਾ, ਅਸੀਂ 4 ਆਰਡਰ ਹੁੰਦੇ ਆ ਫਰਸਟ ਆਰਡਰ ਆਫ RK ਮੈਥਡ, ਤੇ ਮੈਂ ਤੁਹਾਨੂੰ ਕਹਾਂ ਕਿ ਮੈਂ ਤਾਂ ਕਰਵਾਇਆ ਹੋਇਆ, तो तुसी कहोगे मैम नहीं करवाया हुणी करवाया थोड़ी देर पहला। मतलब यही है कि जो इलर्स फॉर्मूला है, इलर्स मेथड है, दैट इज नोन एज फर्स्ट ऑर्डर ऑफ RK मेथड, ठीक है। हुण अगर आप गल करिए व्हाट अबाउट द सेकंड ऑर्डर, हुण इहदे विच 4 ऑर्डर हुंदे, सो सेकंड ऑर्डर मेरे कोल किहड़ा होएगा, सेकंड ऑर्डर ऑफ RK
ਮੈਥਡ। ਸੈਕੰਡ ਆਰਡਰ ਦੇ ਵਿੱਚ ਕੀ ਹੁੰਦਾ ਜੀ, ਸੈਕੰਡ ਆਰਡਰ ਦੇ ਵਿੱਚ ਮੋਡੀਫਾਈ ਨੇ ਕਵਰ ਕਰ ਲਿਆ। ਸੋ ਠੀਕ ਹੈ, ਜਿਹੜਾ ਤੁਸੀਂ ਮੋਡੀਫਾਈਡ ਦੇ ਰੂਪ ਦੇ ਵਿੱਚ ਕੀਤਾ ਉਹ ਮੇਰੇ ਕੋਲ ਕੀ ਹੈ, ਸੈਕੰਡ ਆਰਡਰ ਹੈ ਆਰਕੇ ਦਾ। ਮਤਲਬ ਮੈਮ ਅਸੀਂ ਇੰਨੇ ਟਾਈਮ ਦੇ ਆਰਕੇ ਹੀ ਕਰੀ ਜਾਂਦੇ ਸੀ, ਹਾਂਜੀ ਠੀਕ ਹੈ। ਮੋਡੀਫਾਈਡ ਇਲਰਸ ਮੈਥਡ, ਤਾਂ ਦੋ ਆਰਡਰ ਤਾਂ ਹੋ ਗਏ। ਹੁਣ ਥਰਡ ਵੀ ਕਰਨਾ ਪੈਣਾ ਆਪਾਂ ਨੂੰ ਤੇ ਫੋਰਥ ਵੀ ਕਰਨਾ ਪੈਣਾ। ਸੋ ਥਰਡ ਤੇ ਫੋਰਥ ਨੂੰ ਆਪਾਂ ਸਮਝ ਲੈਣੇ ਆ। ਥਰਡ ਆਰਡਰ of RK method, ਹਾਂਜੀ ਥਰਡ ਆਰਡਰ ਆਫ RK ਮੈਥਡ ਨੂੰ ਕਿਵੇਂ ਸੋਲਵ ਕਰਨਾ ਹੈ। ਦੇਖੋ ਥਰਡ ਆਰਡਰ ਦੇ ਵਿੱਚ ਕੀ ਹੈ, ਫਾਰਮੂਲਾ ਠੀਕ ਹੈ ਕਿ ਅਗਰ ਦੇਖੋ ਇਹ ਬੜਾ ਸਿੰਪਲ ਹੈ, ਇਹਦੇ ਵਿੱਚ ਫਰਸਟ ਅਪਰੋਕਸੀਮੇਸ਼ਨ ਹੀ ਕਰਨਗੇ ਤਾਂ ਉਹਦੇ ਅਕੋਰਡਿੰਗ ਹੀ ਚੱਲਦੇ ਆਪਾਂ। ਸੋ y1 ਤੁਸੀਂ ਫਾਈਂਡ ਆਊਟ ਕਰਨਾ ਹੈ, that is equals to y0, ਔਰ ਉਸ ਤੋਂ ਬਾਅਦ ਤੁਸੀਂ ਕਰ ਦੇਣੀ ਹੈ ਉਹਨੂੰ 6 ਨਾਲ ਡਿਵਾਈਡ। 6 ਨਾਲ ਡਿਵਾਈਡ ਕਿਹਨੂੰ ਕਰਨੀ ਹੈ, k1 ਨੂੰ, 4 k2 ਨੂੰ ਤੇ k3 ਨੂੰ। ਹੁਣ ਇਹਨੂੰ ਯਾਦ ਰੱਖਣਾ ਪੈਣਾ ਹੈ, 1 4 1 ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ। ਨਾਓ ਦ ਕੁਐਸਚਨ ਇਜ਼ ਮੈਮ y ਨੋਟ ਦਾ ਤੁਹਾਨੂੰ ਪਤਾ ਹੈ ਔਰ 6 ਨਾਲ ਤਾਂ ਚੱਲ ਡਿਵਾਈਡ ਹੋ ਹੀ ਜਾਊਗੀ। ਆ k1 k2 ਤੇ k3 ਦੀਆਂ ਵੈਲਿਊਜ਼ ਨੂੰ ਅਸੀਂ ਕਿਵੇਂ ਫਾਈਂਡ ਆਊਟ ਕਰਾਂਗੇ। ਸੋ ਇਹਨਾਂ ਨੂੰ ਫਾਈਂਡ ਆਊਟ ਕਰਨਾ ਹੀ ਮੇਨ ਗੇਮ ਹੈ। ਅਗਰ ਇਹਨਾਂ ਤਿੰਨਾਂ ਨੂੰ ਫਾਈਂਡ ਆਊਟ ਕਰ ਲਿਆ ਤਾਂ ਪੁੱਟ ਵੈਲਿਊ ਤਾਂ ਆਰਾਮ ਨਾਲ ਹੋ ਹੀ ਜਾਣੀ ਹੈ। ਸੋ k1 ਦੀ ਵੈਲਿਊ ਹਮੇਸ਼ਾ ਫਾਈਂਡ ਹੁੰਦੀ ਹੈ ਜੀ h, ਤੇ ਫੰਕਸ਼ਨ ਦੇ ਵਿੱਚ x ਨੋਟ y ਨੋਟ ਪੁੱਟ ਕਰਨ ਤੋਂ ਬਾਅਦ this is the way how you can find the value of k1, ठीक है। तो k2 ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰਨੀ ਹੈ, k2 ਦੀ ਵੈਲਿਊ ਦੇ ਵਿੱਚ ਹੋਏਗਾ h ਹੋਏਗਾ, ਫੰਕਸ਼ਨ ਹੋਏਗਾ, ਬਟ ਇਸ ਚੀਜ਼ ਦਾ ਧਿਆਨ ਰੱਖਣਾ ਹੈ ਫੰਕਸ਼ਨ ਦੇ ਵਿੱਚ ਪੁੱਟ ਕੀ ਕਰਨਾ ਹੈ, x ਨੋਟ plus h by 2 and y ਨੋਟ plus k1 by 2। ਹੁਣ ਇੱਥੇ ਜਿਹੜਾ ਮੈਂ x ਨੋਟ ਦੀ ਵੈਲਿਊ ਹੈ ਮੈਨੂੰ ਗਿਵਨ ਹੋਏਗੀ, h ਦੀ ਵੈਲਿਊ ਮੈਨੂੰ ਗਿਵਨ ਹੋਏਗੀ, y ਨੋਟ ਦੀ ਵੈਲਿਊ ਮੈਨੂੰ ਗਿਵਨ ਹੋਏਗੀ, ਤੇ k1 ਦੀ ਵੈਲਿਊ ਮੈਂ ਇੱਥੋਂ ਕੱਢ ਕੇ ਪੁੱਟ ਕਰਾਂਗੀ। ਤਾਂ ਮਤਲਬ ਜੇਕਰ ਮੈਨੇ k2 ਦੀ ਵੈਲਿਊ ਕੱਢਣੀ ਹੈ ਤਾਂ ਪਹਿਲਾਂ ਮੇਰੇ ਕੋਲ k1 ਦੀ ਵੈਲਿਊ ਹੋਣੀ ਜ਼ਰੂਰੀ ਹੈ, ਠੀਕ ਹੈ। k3 ਦੀ ਵੈਲਿਊ ਕਿਵੇਂ ਨਿਕਲੇਗੀ, k3 ਦੀ ਵੈਲਿਊ ਨਿਕਲੇਗੀ h, ਫੰਕਸ਼ਨ ਦੇ ਵਿੱਚ x ਨੋਟ plus h and y ਨੋਟ plus k2। सिमिलरली अगर मैंने k3 फाइंड करना है पहला मैनू k2 फाइंड करना पेगा, और k2 फाइंड करने ਲਈ ਮੈਨੂੰ ਪਹਿਲਾਂ k1 फाइंड करना पेगा। ਤਾਂ ਸਿੰਪਲ ਵਰਡਸ ਦੇ ਵਿੱਚ ਤੁਸੀਂ ਥਰਡ ਆਰਡਰ ਦੇ ਲਈ ਤੁਹਾਨੂੰ 3 ਜਿਹੜੀਆਂ ਵੈਲਿਊਜ਼ ਨੇ ਇਹ ਮਸਟ ਨੇ, ਠੀਕ ਹੈ ਕਲੀਅਰ ਹੈ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਫੋਰਥ ਆਰਡਰ ਦੀ, ਠੀਕ ਹੈ ਜੀ। ਸੋ ਫੋਰਥ ਆਰਡਰ ਦੇ ਵਿੱਚ ਆਪਾਂ ਕੀ ਕਰਨਾ ਹੈ, FOURTH, fourth order of RK method। ਸੋ ਫੋਰਥ ਆਰਡਰ ਦੇ ਵਿੱਚ ਕੀ ਹੁੰਦਾ ਹੈ, ਫੋਰਥ ਆਰਡਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸਿੰਪਲ ਹੈ, ਸੌਰਟਡ ਹੈ, ਬਸ ਇਹਦੇ ਵਿੱਚ 3 ਵੈਲਿਊ ਸੀਗੀਆਂ। ਹੁਣ ਤੁਹਾਡੇ ਕੋਲ ਕਿੰਨੀਆਂ ਵੈਲਿਊਜ਼ ਹੋਣਗੀਆਂ, 4 ਵੈਲਿਊਜ਼ ਹੋਣਗੀਆਂ। ਮਤਲਬ y1 is equals to y0 plus 1 by 6 k1 ਹੋਏਗਾ, 2 k2 ਹੋਏਗਾ, 2 k3 ਹੋਏਗਾ ਐਂਡ k4 ਹੋਏਗਾ। ਤੁਸੀਂ ਇਸ ਨੂੰ 12 21 ਦੇ ਨਾਲ ਯਾਦ ਕਰ ਸਕਦੇ ਹੋ। ਤਾਂ ਉਹੀ ਹੈ k1 ਦੀ ਵੈਲਿਊ ਫਾਈਂਡ ਆਊਟ ਹੋਏਗੀ, k2 ਦੀ ਹੋਏਗੀ, k3 ਦੀ ਹੋਏਗੀ, ਲਾਸਟ ਬਟ ਨੋਟ ਦ ਲਿਸਟ k4 ਦੀ ਹੋਏਗੀ। ਹੁਣ k1 ਦੀ ਵੈਲਿਊ ਸਿਮਿਲਰ ਵੇ ਦੇ ਵਿੱਚ ਫਾਈਂਡ ਹੋਏਗੀ ਜਿਵੇਂ ਆਪਾਂ ਪ੍ਰੀਵੀਅਸ ਕੀਤੀ ਸੀ, x ਨੋਟ ਐਂਡ y ਨੋਟ, ਠੀਕ ਹੈ। ਸਿਮਿਲਰ ਵੇ ਦੇ ਵਿੱਚ k2 ਦੀ ਹੋਏਗੀ ਜਿਵੇਂ ਤੁਸੀਂ ਪ੍ਰੀਵੀਅਸ ਕਰਕੇ ਆਏ ਹੋ, ਫੰਕਸ਼ਨ x नॉट h by 2 एंड y नॉट k1 by 2, ठीक है। और सिमिलर वे दे विच k3 दी होएगी, सॉरी सिमिलर वे दे विच k4 दी होएगी। k4 दे विच मेरे कोल की है फंक्शन x नॉट plus h एंड y नॉट plus k3। ਹੁਣ ਇੱਥੇ ਮੈਮ ਤੁਸੀਂ 3 ਲਿਖਤਾ ਪਰ 3 ਦੀ ਤੁਸੀਂ ਦੱਸੀ ਨਹੀਂ, ਤਾਂ ਇਹ ਮੈਂ ਤਾਂ ਦੱਸਦਾ ਪਹਿਲਾਂ ਕਿਉਂਕਿ ਸੇਮ ਸੀਗੀ। ਤਾਂ k3 ਦੀ ਵੈਲਿਊ ਮੇਰੇ ਕੋਲ ਕਿਵੇਂ ਹੋਏਗੀ, ਫੰਕਸ਼ਨ x नॉट plus h by 2 and y naught plus k2 by 2। this is the way ਤੁਸੀਂ ਕਿਵੇਂ ਇਸ ਕੁਐਸਚਨ ਨੂੰ ਸੋਲਵ ਕਰਨਾ ਹੈ। ਸੋ ਇਹ ਨਾ ਸੋਚਿਓ ਮੈਮ ਇੰਨਾ ਲੈਂਥੀ ਨਹੀਂ ਆਉਂਦਾ ਤੁਹਾਨੂੰ। ਮੈਕਸ ਤੋਂ ਮੈਕਸ ਕੁਐਸਚਨਸ ਪੁੱਛਣਗੇ, ਥਿਓਰੈਟੀਕਲ ਕੁਐਸਚਨਸ ਆਣਗੇ। ਥਰਡ ਤੇ ਫੋਰਥ ਆਰਡਰ ਦੇ ਵਿੱਚ ਬਹੁਤ ਘੱਟ ਚਾਂਸ ਨੇ ਵੀ ਤੁਹਾਨੂੰ ਕੋਈ ਪ੍ਰੈਕਟੀਕਲ ਕੁਐਸਚਨ ਪੁੱਛ ਲੈਣ, ਕਿਉਂਕਿ ਨਾ ਚਾਹੁੰਦੇ ਹੋਏ ਵੀ ਕੈਲਕੂਲੇਸ਼ਨ ਲੈਂਥੀ ਚਲੀ ਜਾਂਦੀ ਹੈ, ਠੀਕ ਹੈ। ਸੋ ਫਰਸਟ ਔਰ ਸੈਕੰਡ ਆਰਡਰ ਦੇ ਵਿੱਚ ਤੁਹਾਨੂੰ ਫਰਸਟ ਅਪਰੋਕਸੀਮੇਸ਼ਨ ਪੁੱਛ ਸਕਦੇ ਨੇ। ਸੋ ਉਹ ਆਪਾਂ ਵਿਦ ਦ ਹੈਲਪ ਆਫ ਐਗਜ਼ਾਮਪਲਸ ਸਮਝਿਆ ਹੀ ਹੈ, ਠੀਕ ਹੈ ਜੀ ਕਲੀਅਰ ਹੈ। ਹਾਂਜੀ ਇੱਥੋਂ ਤੱਕ ਕਿਸੇ ਵੀ ਸਾਥੀ ਨੂੰ ਕੋਈ ਵੀ ਡਾਊਟ ਹੋਵੇ ਤਾਂ ਪੁੱਛੋ। ਇੱਕ ਮੈਂ ਤੁਹਾਨੂੰ ਕਿਹਾ ਸੀ देयर इज वन मोर ਮੈਥਡ ਜਿਹੜਾ ਕਿ ਆਪਾਂ ਕਾਫੀ ਫੇਮਸ ਵੀ ਹੈ ਔਰ ਜਿਹੜਾ ਆਪਾਂ
ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਕਰਦੇ ਆ। ਇਹ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੈਗਾ, ਬਟ ਚਲੋ ਟੇਲਰ ਹੈ, ਕਾਫੀ ਫੇਮਸ ਹੈ, ਸੋ ਇਸ ਨੂੰ ਆਪਾਂ ਕੱਲਾ ਫਾਰਮੂਲਾ ਦੇਖ ਲੈਂਦੇ ਆ ਕਿ ਟੇਲਰ ਸੀਰੀਜ਼ ਦਾ ਅਗਰ ਤੁਹਾਡੇ ਕੋਲ ਆ ਜਾਂਦਾ ਹੈ ਤਾਂ ਉਹਨੂੰ ਕਿਵੇਂ ਸੋਲਵ ਕਰਨਾ ਹੈ। ਠੀਕ ਹੈ, ਸੋ ਇਹਦੇ ਵਿੱਚ ਕੱਲਾ ਫਾਰਮੂਲਾ ਦੇਖਾਂਗੇ ਜੀ, ਹੋਰ ਕੁਝ ਨਹੀਂ ਹੈ। ਠੀਕ ਹੈ, ਸੋ ਇਹ ਮੈਂ ਤੁਹਾਨੂੰ ਪਹਿਲਾਂ ਮੈਂਸ਼ਨ ਕਰ ਦਿੰਦੀ ਆ। ਚਲੋ ਜੀ, ਟੇਲਰ ਸੀਰੀਜ਼ ਦੇ ਵਿੱਚ ਜੇਕਰ ਤੁਸੀਂ y ਦੀ ਵੈਲਿਊ ਕੱਢਣੀ ਹੈ ਤਾਂ ਉਹ ਤੁਹਾਡੇ ਕੋਲ ਕਿਵੇਂ ਹੋਏਗੀ, y ਨੋਟ ਹੋਏਗਾ h ਜੋ ਕਿ ਡਿਫਰੈਂਸ ਕਲੀਅਰ ਹੈ। ਹੁਣ ਇੱਥੇ ਕੀ ਹੋ ਰਿਹਾ ਹੈ, ਪਹਿਲਾਂ ਡੈਰੀਵੇਟਿਵ ਹੋ ਰਿਹਾ ਹੈ, ਡੈਰੀਵੇਟਿਵ ਚ x ਨੋਟ ਪੁੱਟ ਕਰਾਂਗੇ। ਠੀਕ ਹੈ, ਔਰ ਉਸ ਤੋਂ ਬਾਅਦ ਸਕੁਅਰ ਵੱਧ ਗਿਆ, ਟੇਲਰ ਸੀਰੀਜ਼ ਹੁੰਦੀ ਹੈ ਪੂਰੀ ਦੀ ਪੂਰੀ ਸੈਕੰਡ ਆਰਡਰ ਡੈਰੀਵੇਟਿਵ। ਠੀਕ ਹੈ, ਔਰ ਡਿਵਾਈਡ ਬਾਈ 2 ਫੈਕਟੋਰੀਅਲ, ਤੇ ਉਸ ਤੋਂ ਬਾਅਦ ਪਾਵਰ 3 ਹੋ ਗਈ, ਥਰਡ ਆਰਡਰ ਡੈਰੀਵੇਟਿਵ। ਜਿਵੇਂ ਜਿਵੇਂ ਡੈਰੀਵੇਟਿਵ ਵੱਧਦਾ ਜਾ ਰਿਹਾ ਹੈ ਉਵੇਂ ਉਵੇਂ ਪਾਵਰ ਵੱਧਦੀ ਜਾ ਰਹੀ ਹੈ, ਉਵੇਂ ਉਵੇਂ ਫੈਕਟੋਰੀਅਲ ਵੱਧਦਾ ਜਾ ਰਿਹਾ ਹੈ। ਅਗਰ ਤੁਹਾਨੂੰ ਕੋਈ ਟੇਲਰ ਸੀਰੀਜ਼ ਦੇ ਨਾਲ ਮੈਂਸ਼ਨ ਕਰ ਦਿੰਦੇ ਨੇ ਕੁਐਸਚਨ ਕਿ ਪਹਿਲੀ ਅਪਰੋਕਸੀਮੇਸ਼ਨ ਦੂਜੀ ਅਪਰੋਕਸੀਮੇਸ਼ਨ ਹਾਲੇ ਤੱਕ ਕਦੇ ਨਹੀਂ ਆਇਆ ਬਟ ਬਾਈ ਚਾਂਸ ਹਨਾ, ਤਾਂ ਉੱਥੇ ਤੁਸੀਂ ਇਹ ਫਾਰਮੂਲਾ ਹੈਗਾ ਜਿਹੜਾ ਉਹ ਯੂਜ਼ ਕਰੋਗੇ। ਕਲੀਅਰ ਹੈ ਜੀ, ਇੱਥੇ ਤੇ ਤੁਹਾਡਾ ਜਿਹੜਾ ਨਿਊਮੈਰੀਕਲ ਐਨਾਲਿਸਿਸ ਟੌਪਿਕ ਹੈ ਉਹ ਟੋਟਲੀ ਕੰਪਲੀਟ ਹੁੰਦਾ। ਸਟਿਲ ਕਿਸੇ ਵੀ ਸਾਥੀ ਨੂੰ ਲੱਗਦਾ ਹੋਵੇ ਕਿ ਹਾਂਜੀ ਮੇਰਾ ਇੱਥੇ ਡਾਊਟ ਹੈ, ਵਨ ਮੋਰ ਡਾਊਟ ਸੀਗਾ, ਇੱਕ ਮਿੰਟ ਰੁਕੋ ਆਪਾਂ ਡਿਸਕਸ ਹੀ ਕਰ ਲੈਂਦੇ ਆ। ਕੱਲ ਦੀ ਕਲਾਸ ਦੇ ਵਿੱਚ ਵੀ ਰਹਿ ਗਿਆ ਸੀ, ਇੱਕ ਮੈਨੂੰ ਪੁੱਛਿਆ ਗਿਆ ਸੀ ਡਾਊਟ, ਉਹ ਆਪਾਂ ਦੇਖ ਲਈਏ ਅਗਰ ਲੱਭਦੇ ਤਾਂ ਰੁਕੋ। ਹਾਂਜੀ, ਮੈਨੂੰ ਪੁੱਛਿਆ ਗਿਆ ਸੀਗਾ ਕਿ ਸਿੰਪਸਨ 1/3 ਰੂਲ ਕੀਤਾ ਸੀ, ਸਿੰਪਸਨ 1/3 ਰੂਲ ਕੀਤਾ ਸੀ, ਸਿੰਪਸਨ 1/3 ਰੂਲ ਕੀਤਾ ਸੀ। ਠੀਕ ਹੈ, ਔਰ ਸਿੰਪਸਨ ਇੱਕ ਆਪਾਂ ਐਗਜ਼ਾਮਪਲ ਲਈ ਸੀ ਜਿਸ ਦੇ ਵਿੱਚ ਮੈਨੂੰ ਨੰਬਰ ਆਫ ਇੰਟਰਵਲ ਦਿੱਤੇ ਹੋਏ ਸੀ 6। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ, ਰੁਕੋ, ਟ੍ਰੈਪੋਜ਼ੋਡੀਅਲ। ਠੀਕ ਹੈ, ਤੇ ਸਿੰਪਸਨ 3/8। ਰੁਕੋ, ਹੁਣ ਮੈਂ ਤੁਹਾਨੂੰ ਇੱਥੇ ਦੱਸਿਆ ਸੀ ਕਿ ਜਿਹੜੀ ਤੁਸੀਂ ਵੈਲਿਊ ਫਾਈਂਡ ਆਊਟ ਕਰਦੇ ਹੁੰਦੇ ਹੋ, h ਦੀ ਵੈਲਿਊ ਫਾਈਂਡ ਆਊਟ ਕਰਦੇ ਹੁੰਦੇ ਹੋ, h ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰਦੇ ਹੁੰਦੇ ਆ, b - a / 2n। ਹਨਾ, ਇੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ h ਦੀ ਵੈਲਿਊ ਆਪਾਂ ਕਿਵੇਂ ਫਾਈਂਡ ਆਊਟ ਕਰਦੇ ਹੁੰਦੇ ਆ, b - a / n। ਔਰ ਇੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ h ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰਦੇ ਹੁੰਦੇ ਆ, b - a / 3n। ਹੁਣ ਜਿਹੜੀ ਤੁਸੀਂ, ਮੈਂ ਸਮਝ ਗਈ ਤੁਹਾਡਾ ਕੁਐਸਚਨ ਕੀ ਹੈ। ਮੈਨੂੰ ਇੱਕ ਸਾਥੀ ਨੇ ਪੁੱਛਿਆ ਕਿ ਮੈਮ ਤੁਸੀਂ ਹਰ ਜਗ੍ਹਾ ਦੇ ਉੱਪਰ ਇੰਟਰਵਲ ਦੀ ਵੈਲਿਊ 6 ਕਿਉਂ ਲਈ ਹੈ, ਅਗਰ ਇੱਥੇ 6 ਨੇ ਤਾਂ ਇੱਥੇ 12 ਕਿਉਂ ਨਹੀਂ ਹੋਏ, ਇੱਥੇ 18 ਕਿਉਂ ਨਹੀਂ ਹੋਏ। ਮਤਲਬ ਜੇਕਰ n ਦੀ ਵੈਲਿਊ 6 ਹੈ ਤਾਂ ਫਿਰ ਤਾਂ ਉਸ ਦੇ ਵਿੱਚ 12 ਇੰਟਰਵਲ ਬਣਨਗੇ ਤੇ ਨੀਚੇ 18 ਇੰਟਰਵਲ ਬਣਨਗੇ। ਨਹੀਂ ਡੀਅਰ, ਐਵੇਂ ਨਹੀਂ ਹੁੰਦਾ। ਆਪਣੇ ਕੋਲੇ ਜਿਹੜੇ ਡਿਨੋਮੀਨੇਟਰ ਦੇ ਵਿੱਚ ਲਿਖੇ ਹੋਏ ਨੇ ਇਹ ਅਕੋਰਡਿੰਗ ਟੂ ਮੈਥਡ ਨੰਬਰ ਆਫ ਇੰਟਰਵਲਸ ਨੇ। ਅਕੋਰਡਿੰਗ ਟੂ ਮੈਥਡ ਨੰਬਰ ਆਫ ਇੰਟਰਵਲ ਦਾ ਮਤਲਬ ਕੀ ਹੈ, ਇਹ ਜਿੰਨੇ ਵੀ ਬਣਨਗੇ ਇਹ ਟੋਟਲ ਹੀ ਨੰਬਰ ਆਫ ਇੰਟਰਵਲਸ ਨੇ। ਹੁਣ ਨੰਬਰ ਆਫ ਇੰਟਰਵਲ ਮੈਨੂੰ ਕਿੰਨੇ ਦਿੱਤੇ ਹੋਏ ਨੇ, 6, ਤਾਂ ਇਸ ਦੇ ਅਕੋਰਡਿੰਗ ਮੇਰੇ ਕੋਲ n ਦੀ ਵੈਲਿਊ 3 ਆ ਗਈ, n ਦੀ ਵੈਲਿਊ 3 ਆ ਗਈ, ਬਟ ਮੈਨੂੰ ਨੰਬਰ ਆਫ ਇੰਟਰਵਲ ਕਿੰਨੇ ਦਿੱਤੇ ਹੋਏ ਨੇ, 6। ਔਰ ਇਹਦੇ ਵਿੱਚ ਨੰਬਰ ਆਫ ਇੰਟਰਵਲ, ਇਹ ਮੇਰੇ ਕੋਲ ਨੰਬਰ ਆਫ ਇੰਟਰਵਲ ਨੇ ਔਰ ਨੰਬਰ ਆਫ ਇੰਟਰਵਲ ਮੇਰੇ ਕੋਲ ਕਿੰਨੇ ਨੇ, 6, ਤੇ ਇੱਥੇ n ਦੀ ਵੈਲਿਊ ਵੀ 6 ਹੈ। ਸਿਮਿਲਰਲੀ ਹੇਅਰ ਮੇਰੇ ਕੋਲ ਨੰਬਰ ਆਫ ਇੰਟਰਵਲ ਮੇਰੇ ਕੋਲ ਕਿੰਨੇ ਨੇ, 3n, ਮਤਲਬ 6 is equals to 3n, ਤਾਂ n ਦੀ ਵੈਲਿਊ ਮੇਰੇ ਕੋਲ ਕਿੰਨੀ ਆ ਗਈ, 2। ਸੋ n ਦੀ ਵੈਲਿਊ ਦੀ ਕਿਤੇ ਲੋੜ ਨਹੀਂ ਪੈਂਦੀ, ਤਾਂ ਕਰਕੇ ਆਪਾਂ ਯੂਜ਼ ਨਹੀਂ ਕੀਤੀ। ਬਟ ਡਿਨੋਮੀਨੇਟਰ ਦੇ ਵਿੱਚ ਜੋ ਵੀ ਨੰਬਰ ਦਿੱਤਾ ਹੋਇਆ ਉੱਥੇ ਆਪਣੇ ਕੋਲ ਹਮੇਸ਼ਾ ਟੋਟਲ ਜਿੰਨੇ ਨੰਬਰ ਆਫ ਇੰਟਰਵਲਸ ਨੇ ਉਸ ਨਾਲ ਹੀ ਕੰਪੇਅਰ, ਇਹਦੇ ਵਿੱਚ 2n ਹੀ ਨੰਬਰ ਆਫ ਇੰਟਰਵਲ ਨੇ, ਇਹਦੇ ਵਿੱਚ n ਹੀ ਨੰਬਰ ਆਫ ਇੰਟਰਵਲ ਨੇ, ਇਹਦੇ ਵਿੱਚ 3n ਹੀ ਨੰਬਰ ਆਫ ਇੰਟਰਵਲ ਨੇ। ਉਮੀਦ ਕਰਦੀ ਹਾਂ ਤੁਹਾਡਾ ਇਹ ਖੈਰ ਮੈਨੂੰ ਟੈਲੀਗ੍ਰਾਮ ਤੇ ਆਇਆ ਸੀ SSKK, ਤੁਹਾਡਾ ਇਹ ਜਿਹੜਾ ਡਾਊਟ ਹੈ ਉਹ ਕਲੀਅਰ ਹੋਇਆ ਹੋਊਗਾ। ਮੇਰੇ ਖਿਆਲ 'ਚ ਤੁਸੀਂ YouTube ਤੇ ਵੀ ਕਮੈਂਟ ਕੀਤਾ ਸੀ ਹਨਾ, ਤੇ ਸਟਿਲ ਅਗਰ ਫਿਰ ਵੀ ਲੱਗਿਆ ਤਾਂ ਤੁਸੀਂ ਮੈਨੂੰ ਦੁਬਾਰਾ ਪੁੱਛ ਲਿਓ, ਦੁਬਾਰਾ ਆਪਾਂ ਡਿਸਕਸ ਕਰ ਲਾਂਗੇ। ਠੀਕ ਹੈ ਜੀ, ਕਲੀਅਰ ਹੈ। ਉਮੀਦ ਕਰਦੀ ਹਾਂ ਇਹ ਵੀਡੀਓ ਪਸੰਦ ਆਈ ਹੋਏਗੀ। ਚੈਪਟਰ ਕੰਪਲੀਟ ਹੋ ਜਾਂਦਾ ਆਪਣਾ ਵੈਕਟਰ ਸਪੇਸ, ਆਪਾਂ ਚੈਪਟਰ ਨੰਬਰ 22 ਕੱਲ ਦੀ ਕਲਾਸ ਦੇ ਵਿੱਚ ਸ਼ੁਰੂ ਕਰਾਂਗੇ। ਥੈਂਕਸ ਫॉर ਵਾਚਿੰਗ, ਟੇਕ ਕੇਅਰ।